अस्सलाम वालेकुम जी, की हाल चाल है सारे भाई? ठीक हो राजी हो? मैं ਤੁਹਾਡਾ ਆਪਣਾ ਵੀਰ ਨਈਮ नाथ। अजे बड़े अच्छे भाई ने, वीर ने अपने। राह साहब अपना तारफ ते करवाओ, की ना है ਤੁਹਾਡਾ? ਫਰੀਦ ਹੁਸੈਨ। ਫਰੀਦ ਹੁਸੈਨ ਰਾਹ। ਪਿੰਡ ਇਹਨਾਂ ਦਾ ਦੋਰਾ ਹੈ ਸਾਡੇ ਮੋੜ ਇਮਨਾਬਾਦ, ਚੰਦ ਦੇ ਕਿਲੇ ਤੋਂ ਪਿੱਛੇ ਇੱਕ ਸਟਾਪ ਦੇ ਨਾਲ ਪਿੱਛੇ ਪਿੰਡ ਹੈ ਆਦੋਰਾ। ਅੱਛਾ, ਗੱਲ ਅਸੀਂ ਪਾ ਕਰਦੇ ਹਾਂ ਜ਼ਿਮੀਦਾਰ ਜਿਹੜਾ ਵੀ ਇਹ ਬਰਾਦਰੀ ਜੱਟ ਹੈ, ਉਹ ਰਾਜਪੂਤ ਉਹ ਮਹਿਰ ਹੈ, ਜ਼ਿਮੀਂਦਾਰ ਸਾਰੇ ਕਿਸੇ ਵੀ ਬਰਾਦਰੀ ਦਾ ਬੰਦਾ ਜ਼ਿਮੀਦਾਰ ਜਿਹੜਾ ਬੰਦਾ ਹੈ, ਕਿ ਜ਼ਿਮੀਦਾਰਾਂ ਦੀਆਂ ਪਰੇਸ਼ਾਨੀਆਂ, ਜ਼ਿਮੀਦਾਰਾਂ ਦੇ ਮਾਮਲਾਤ ਨੂੰ ਕਦੀ ਕਿਸੇ ਬੰਦੇ ਹਾਈਲਾਈਟ ਨਹੀਂ ਕੀਤਾ। ਮਤਲਬ ਹਾਈਲਾਈਟ ਤੇ ਕਰਦੇ ਹੋਣਗੇ ਲੇਕਿਨ ਸੁਣਵਾਈ ਕੋਈ ਨਹੀਂ, ਸੁਣਵਾਈ ਨਹੀਂ ਜ਼ਿਮੀਦਾਰ ਦੀ। ਉਹਦੀ ਵਜ੍ਹਾ ਇਹ ਵੇ ਕਿ ਸਹਿਬ ਇਖਤਿਆਰ ਜਿਹੜੇ ਨੇ ਸਾਡੇ ਅਦਾਰੇ ਜਿਹੜੇ ਨੇ, ਜਾਂ ਸਾਡੀ ਜਿਹੜੀ ਰਿਆਸਤ ਹੈ, ਰਿਆਸਤ ਮਾਂ ਹੁੰਦੀ ਹੈ ਨਾ ਜੀ। ਮਾਂ ਵਾਸਤੇ ਤੇ ਸਾਰੇ ਬੱਚੇ ਹੀ ਇੱਕੋ ਜਿਹੇ ਹੁੰਦੇ ਨੇ। ਉਹ ਰੰਗ ਕਾਲੇ ਦਾ ਹੋਏ, ਉਹ ਗੋਰੇ ਰੰਗ ਦਾ ਹੋਏ, ਉਹ ਲੜਾਕਾ ਹੋਏ, ਉਹ ਭਲਾ ਮਾਨਸ ਹੋਏ, ਮੌਲਵੀ ਹੋਏ, ਤੇ ਭਾਵੇਂ ਡਾਕੂ ਹੋਏ, ਮਾਂ ਬਾਪ ਨੂੰ ਤੇ ਰਿਆਸਤ ਵੀ ਮਾਂ ਦੀ ਤਰ੍ਹਾਂ ਹੁੰਦੀ। ਤੇ ਜਦੋਂ ਵੀ ਮਾਂ ਫੈਸਲਾ ਕਰਨਾ, ਮਾਂ ਜਦੋਂ ਵੀ ਚੀਜ਼ ਦੇਣੀ ਹੈ ਸਾਰਿਆਂ ਨੂੰ ਵੰਡ ਕੇ ਦੇਣੀ। ਜੇ ਵੱਡਾ ਹੈ ਤੇ ਉਹਨੂੰ ਵੀ, ਤੇ ਜੇ ਛੋਟਾ ਹੈ ਤੇ ਉਹਨੂੰ ਵੀ। ਇਹ ਗੱਲ ਠੀਕ ਹੈ? ਬਿਲਕੁਲ। ਤੇ ਇਹ ਰਿਆਸਤ ਜਿਹੜੀ ਹੈ ਸਾਡੀ ਮਾਂ ਹੈ, ਇਹ ਹਰ ਇੱਕ ਨੂੰ ਰਿਲੀਫ ਦਿੰਦੇ ਨੇ ਪੈ, ਸਵਾਏ ਇੱਕ ਜ਼ਿਮੀਦਾਰ ਤਬਕੇ। ਮਤਲਬ ਇਹ ਵੇ ਕਿ ਪਿੱਛੇ ਜਦ ਮਰੀਮ ਨਵਾਜ਼ ਸਾਹਿਬਾ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਹੁਕਮ ਜਾਰੀ ਕੀਤਾ ਜੀ ਕਣਕ ਜਿਹੜੀ ਹੈ ਇਸ ਤੋਂ ਵੱਧ ਜਿਹੜਾ ਨਾ ਰੇਟ ਨਹੀਂ ਹੋਣਾ ਚਾਹੀਦਾ। ਰਿਲੀਫ ਦਿੱਤਾ ਗਰੀਬ ਆਦਮੀ ਨੂੰ, ਮਾੜੇ ਬੰਦਿਆਂ ਨੂੰ ਰਿਲੀਫ ਦਿੱਤਾ। ਕੋਈ ਗੱਲ ਨਹੀਂ, ਅਸੀਂ ਇਸ ਗੱਲ ਤੇ ਆਮੀਨ ਕੀਤੀ ਹੈ, ਆਮੀਨ ਕਰਵਾਈ ਗਈ ਹੈ, ਕੀਤੀ ਨਹੀਂ, ਆਮੀਨ ਕਰਵਾਈ ਗਈ ਹੈ ਤੇ ਆਮੀਨ ਕਰ ਲਈਏ। ਕਦੀ ਕਿਸੇ ਨੇ ਆ ਕੇ ਕੈਲਕੂਲੇਸ਼ਨ ਕੀਤੀ ਹੈ ਕਿ ਇੱਕ ਜ਼ਿਮੀਦਾਰ ਨੂੰ ਫਸਲ ਪਕਾਉਣ ਵਾਸਤੇ ਉਹਦੇ ਵਾਸਤੇ ਕਿੰਨਾ ਕੁ ਅਖਰਾਜਾਤ ਕਰਦੇ ਨੇ, ਕਿਹੜੀ ਕਿਹੜੀ ਚੀਜ਼ ਉਹਨੂੰ ਖਰੀਦਣੀ ਪੈਂਦੀ ਔਰ ਕਿਸ ਰੇਟ ਤੇ ਉਹ ਖਰੀਦਦਾ, ਔਰ ਉਸ ਤੋਂ ਬਾਅਦ ਉਹਦਾ ਜਿਹੜਾ ਅਸੀਂ ਇਹਨੂੰ ਰੇਟ ਪਾ ਦਿੰਦੇ ਆ, ਜਿਹੜੀ ਅਸੀਂ ਆਪਣਾ ਜਨਾਬ ਬਾੜ ਪਰ ਲਾਉਂਦੇ ਆ, ਅੱਗੇ ਸਪੀਡ ਬ੍ਰੇਕਰ ਪਰ ਲਾਉਂਦੇ ਆ ਕਿ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਸੇਲ ਆਊਟ ਕਰ ਸਕਦੇ, ਵੇਚ ਨਹੀਂ ਸਕਦੇ ਤੁਹਾਡੀ ਚੀਜ਼। ਕਿਆ ਕੈਲਕੂਲੇਸ਼ਨ ਕਿਸੇ ਨੇ ਕੀਤੀ ਹੈ ਕਿ ਇਹਨਾਂ ਨੂੰ ਕੀ ਬਚਦਾ ਪਿਆ? ਬਿਲਕੁਲ। ਇੱਕ ਜ਼ਿਮੀਦਾਰ ਨੇ 6 ਮਹੀਨੇ ਮਿਹਨਤ ਕੀਤੀ ਹੈ। ਅੱਲਾ ਦੀ ਜ਼ਾਤ ਰਾਜ਼ਕ ਤੇ ਮਾਲਕ ਹੈ ਨਾ, ਲੇਕਿਨ ਅੱਲਾ ਦੀ ਜ਼ਾਤ ਨੇ ਜ਼ਿਮੀਦਾਰ ਨੂੰ ਅੰਨਦਾਤਾ ਦੀ ਡਿਊਟੀ ਦਿੱਤੀ ਹੈ ਕਿ ਤੁਸੀਂ ਸਾਰੀ ਦੁਨੀਆ ਵਾਸਤੇ ਜਿੱਥੇ ਜਿੱਥੇ ਵੀ ਕੋਈ ਹੈ ਵੇ। ਬਿਲਕੁਲ। ਚਲੋ ਅਸੀਂ ਤੇ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਨਾ, ਆਪਣੇ ਪੰਜਾਬ ਦੀ ਗੱਲ ਕਰ ਰਹੇ ਹਾਂ। ਤਾਂ ਹੁਣ ਜੇ ਜ਼ਿਮੀਦਾਰ ਜਿੱਥੇ ਜਿੱਥੇ ਵੀ ਹੈ, ਉਹਨੇ ਪਰਿੰਦਿਆਂ ਵਾਸਤੇ ਵੀ, ਜਾਨਵਰਾਂ ਵਾਸਤੇ ਵੀ, ਇਨਸਾਨਾਂ ਵਾਸਤੇ ਵੀ ਅੰਨ ਪੈਦਾ ਕਰਨਾ ਹੈ, ਉਹਦੇ ਵਾਸਤੇ ਮਿਹਨਤ ਮੁਸ਼ੱਕਤ ਕਰਨੀ ਹੈ, ਉਹਨੂੰ ਟਾਈਮ ਦੇਣਾ ਹੈ, ਉਹਦਾ ਕ੍ਰੈਡਿਟ ਜ਼ਿਆਦਾ ਹੋਣਾ ਚਾਹੀਦਾ ਹੈ। ਬਿਲਕੁਲ। ਕਿ ਸਾਨੂੰ ਸਾਡਾ ਅਸਲ ਵੀ ਨਾ ਮਿਲੇ। ਤੁਹਾਡਾ ਕੀ ਖਿਆਲ ਇਸ ਬਾਰੇ, ਕੀ ਆਂਦੇ ਹੋ ਤੁਸੀਂ? ਮੈਂ ਤਾਂ ਇਹ ਕਹਾਂਗਾ ਜੀ, ਸੋਚਣਾ ਚਾਹੀਦਾ ਉਹਨਾਂ ਨੂੰ ਇਸ ਬਾਰੇ ਕਿ ਜ਼ਿਮੀਂਦਾਰਾਂ ਨੂੰ ਜਿਹੜਾ ਨਾ ਉਹਨਾਂ ਰਿਲੀਫ ਮਿਲਣਾ ਚਾਹੀਦਾ। ਜਿਹੜਾ ਵੇਖੋ ਨਾ ਹੁਣ ਅੱਗੋਂ ਧਾਨ ਦੀ ਫਸਲ ਜਿਹੜੀ ਉਹ ਕਾਸ਼ਤ ਕਰ ਰਹੇ ਨੇ, ਉਹਦੇ ਬਾਰੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਤੇਲ ਹੁਣ ਮਹਿੰਗਾ ਹੋ ਗਿਆ, ਖਾਦ ਮਿਲ ਨਹੀਂ ਰਹੀ, ਇਹਦੇ ਵਾਸਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਤੁਹਾਡੇ ਕਹਿਣ ਦਾ ਮਕਸਦ ਇਹ ਵੇ ਕਿ ਮੈਂ ਇੱਕ ਜ਼ਿਮੀਂਦਾਰ ਹੋਣ ਦੇ ਨਾਤੇ, ਇੱਕ ਆਪਣਾ ਜਿਹੜਾ ਨਾ ਜ਼ਿਮੀਂਦਾਰਾਂ ਦਾ ਪੁੱਤਰ ਹੋਣ ਦੇ ਨਾਤੇ ਮੇਰਾ ਵੀ ਹੱਕ ਬਣਦਾ ਤੇ ਅਸੀਂ ਆਵਾਜ਼ ਉਠਾ ਸਕਨੇ ਆ। ਅਸੀਂ ਇਹਨਾਂ ਵਾਂਗੂ ਆਰਡਰ ਨਹੀਂ ਚਲਾ ਸਕਦੇ। ਮਤਲਬ ਇਹ ਵੇ ਕਿ ਇਹਨਾਂ ਤੇ ਫੈਸਲਾ ਕਰ ਦਿੱਤਾ ਹੈ, ਅੱਜ ਸਾਨੂੰ ਖਾਦ ਦੀ ਜ਼ਰੂਰਤ ਹੈ, ਮੁੰਜੀ ਲਾਉਣ ਵਾਸਤੇ, ਫਸਲ ਲਾਉਣ ਵਾਸਤੇ ਅੱਜ ਸਾਨੂੰ ਖਾਦ ਦੀ ਜ਼ਰੂਰਤ ਹੈ, ਅੱਜ ਸਾਨੂੰ ਤੇਲ ਦੀ ਜ਼ਰੂਰਤ ਹੈ, ਅੱਜ ਸਾਨੂੰ ਦਵਾਈਆਂ ਖਾਦਾਂ ਸਾਰਾ ਕੁਝ, ਲਵਾਈ ਪਟਾਈ, ਉਹ ਜੋ ਕੁਝ ਵੀ ਹੈ ਅਖਰਾਜਾਤ, ਇਹਦੇ ਵਿੱਚ ਸਾਨੂੰ ਰਿਲੀਫ ਕਿਸੇ ਨਹੀਂ ਦੇਣਾ। ਇਹਦੇ ਚ ਰਿਲੀਫ ਸਾਨੂੰ ਇਹ ਮਿਲਦਾ ਪਿਆ ਕਿ ਡੀਜ਼ਲ ਮਹਿੰਗਾ ਹੋ ਜਾਣਾ, ਹੋ ਗਿਆ, ਖਾਦ ਮਹਿੰਗੀ ਹੋ ਜਾਣੀ ਹੈ। ਜਿੰਨੇ ਵੀ ਡੀਲਰ ਨੇ ਉਹਨਾਂ ਆਪਣੇ ਮਹਿੰਗੀ ਤਾਂ ਮਿਲਦੀ ਨਹੀਂ ਹੈ, ਮਿਲਣ ਦਾ ਮਤਲਬ ਇਹ ਹੁੰਦਾ ਕਿ ਬਲੈਕ ਚ ਵਿਕਦੀ। ਠੀਕ ਹੈ, ਉਹਦੇ ਚ ਕੋਈ ਐਕਸ਼ਨ ਨਹੀਂ। ਜਦੋਂ ਸਸਾ ਫਸਲ ਮਿਹਨਤ ਕਰਕੇ 6 ਮਹੀਨੇ ਤਿਆਰ ਕਰ ਲੈਣੀ ਹੈ, ਇੱਕ ਜ਼ਿਮੀਦਾਰ ਨੇ, ਜੱਟ ਨੇ, ਜਾਂ ਜਿਹੜੀ ਵੀ ਉਹਦੀ ਬਰਾਦਰੀ, ਉਹਨੇ ਸਾਰੀ ਦਿਹਾੜੀ ਧੁੱਪ ਦੇ ਵਿੱਚ ਖੱਜਲ ਹੋਣਾ, ਮਿਹਨਤ ਕਰਨੀ, ਰਾਤਾਂ ਨੂੰ
ਹਨੇਰਿਆਂ 'ਚ ਸਵੇਰਿਆਂ ਦੇ ਵਿੱਚ ਜਨਾਬ ਆਪਣੀ ਜਾਨ ਦੀ ਪਰਵਾਹ ਨਹੀਂ ਕਰਨੀ, ਸੱਪ ਕੀੜੇ ਦੀ ਪਰਵਾਹ ਨਹੀਂ ਕਰਨੀ। ਠੀਕ ਹੈ, ਤੇ ਆਪਣਾ ਜ਼ਿਮੀਂਦਾਰ ਵਾਸਤੇ ਜਿਹੜਾ ਨਾ ਆਪਣੀ ਆਵਾਮ ਵਾਸਤੇ ਅਨਾਜ ਪੈਦਾ ਕਰਨ ਵਾਸਤੇ ਭੱਜ ਨੱਸ ਕਰਦੇ ਨੇ, ਮਾਂ ਪੁੱਤਰ ਨੂੰ ਨਹੀਂ ਸਾਂਭਦੀ। ਉਹਦਾ ਕ੍ਰੈਡਿਟ ਕੀ ਹੈ? ਉਹਦਾ ਕ੍ਰੈਡਿਟ ਇਹ ਵੇ ਕਿ ਫੈਸਲਾ ਇਹਨਾਂ ਕਰਨਾ ਵੀ ਕਿੰਨੇ ਦੀ ਤੁਹਾਡੇ ਕੋਲੋਂ ਮੁੰਜੀ ਲੈਣੀ ਹੈ, ਕਣਕ ਕਿੰਨੇ ਇੰਨੇ ਦੀ ਲਈ ਹੈ, ਕਿਉਂਕਿ ਆਹ ਰਿਲੀਫ ਦੇਣਾ। ਅਸੀਂ ਇਹ ਗੱਲ ਮੰਨਦੇ ਆ ਕਿ ਰਿਲੀਫ ਜਿਹੜਾ ਨਾ ਉਹ ਦੇਣਾ ਚਾਹੀਦਾ ਮਾੜੇ ਬੰਦੇ ਨੂੰ, ਮਾੜੀ ਆਵਾਮ ਨੂੰ, ਲੇਕਿਨ ਰਿਲੀਫ ਕਦੀ ਕਿਸੇ ਜੱਟ ਨੂੰ ਵੀ ਅਗਰ ਉਹ ਬਾਜ਼ਾਰ ਗਿਆ ਹੋਏ ਜੁੱਤੀ ਵਾਲੀ ਦੁਕਾਨ ਤੇ ਕਦੀ ਕਿਸੇ ਗੱਲ ਨਾ ਕੀ ਹੈ ਕਿ ਯਾਰ ਇਹ ਜ਼ਿਮੀਂਦਾਰ ਹੈ ਸਾਡੇ ਵਾਸਤੇ ਅੰਨ ਪੈਦਾ ਕਰਦੇ ਨੇ, ਇਹਨੂੰ ਰਿਲੀਫ ਦਿਓ, ਇਹਨੂੰ ਵੀ ਰਿਲੀਫ, ਇਹਨੂੰ ਜੁੱਤੀ ਫ੍ਰੀ ਦੇ ਦਈਏ ਜਾਂ ਇਹਨੂੰ ਡਿਸਕਾਊਂਟ ਤੇ ਦੇ ਦਈਏ, ਜਾਂ ਕਿਸੇ ਸਰਕਾਰੀ ਅਦਾਰੇ 'ਚ ਅਸੀਂ ਗਿਆ ਹੋਈਏ ਤੇ ਆਖਿਆ ਹੋਇਆ ਵੀ ਇਹਨਾਂ ਦੇ ਨਾਂ ਨਾਲ ਜੱਟ ਲੱਗਦਾ, ਜ਼ਿਮੀਂਦਾਰ ਨੇ, ਇਹ ਸਾਡੇ ਵਾਸਤੇ ਰੋਟੀ ਸਸਤੀ ਦਿੰਦੇ ਨੇ, ਇਹਨਾਂ ਨੂੰ ਇਹ ਫਲਾਂ ਚੀਜ਼ ਜਿਹੜੀ ਹੈ ਨਾ ਉਹਨਾਂ ਦਾ ਉਹ ਰੇਟ। ਕੋ ਕੱਪੜੇ ਵਾਲੀ ਦੁਕਾਨ ਤੇ ਸਾਨੂੰ ਕਦੀ ਡਿਸਕਾਊਂਟ ਮਿਲਿਆ ਹੋਏ ਨਾ, ਕਿਸੇ ਐਂਡ ਤੋਂ ਸਾਨੂੰ ਡਿਸਕਾਊਂਟ ਜ਼ਿਮੀਂਦਾਰਾਂ ਨੂੰ ਮਿਲਿਆ ਹੋਏ ਨਾ। ਸਾਡਾ ਕਸੂਰ ਕੀ ਹੈ? ਕਿ ਜ਼ਿਮੀਂਦਾਰ, ਸਾਡਾ ਕਸੂਰ ਇਹ ਵੇ ਕਿ ਅਸੀਂ ਜ਼ਿਮੀਂਦਾਰ ਆ ਔਰ ਪੰਜਾਬ ਪਾਕਿਸਤਾਨ ਦੇ ਜ਼ਿਮੀਂਦਾਰ ਆ। ਬਾਕੀ ਦੁਨੀਆ ਦੀ ਹਰ ਸ਼ੈ ਜਿਹੜੀ ਹੈ, ਹਰ ਬੰਦਾ ਜਿਹੜਾ ਆਪਣੀ ਚੀਜ਼ ਨੂੰ ਤਿਆਰ ਕਰਦਾ ਉਹਦੇ ਤੇ ਅਖਰਾਜਾਤ ਕਰਦਾ, ਉਸ ਤੋਂ ਬਾਅਦ ਸ਼ੂਗਰ ਮਾਫੀਆ ਲੈ ਲਓ ਜੀ, ਉਹਨਾਂ ਨੂੰ ਲੀਵ ਇੰਨਾ ਮਿਲਿਆ ਤੇ ਜ਼ਿਮੀਂਦਾਰਾਂ ਦਾ ਕੀ ਕਸੂਰ ਹੈ? ਉਹਦੇ ਵਿੱਚ ਕੀ ਹੈ ਕਿ ਉਹ ਆਪਣੀ ਚੀਜ਼ ਨੂੰ ਤਿਆਰ ਕਰਕੇ ਤੇ ਡਿਸਪਲੇ ਕਰਦਾ, ਆਂਦਾ ਮੈਂ ਇੰਨੇ ਦੀ ਵੇਚਣੀ ਹੈ, ਉਹ ਰੇਟ ਦੱਸਦਾ ਜਿਹਨੇ ਬਣਾਈ ਹੁੰਦੀ ਹੈ, ਜਿਹਨੇ ਤਿਆਰ ਕੀਤੀ ਹੁੰਦੀ। ਤੇ ਅਸੀਂ ਕਿਸਾਨ ਜਿਹੜੇ ਆ ਪਾਕਿਸਤਾਨ ਦੇ, ਪੰਜਾਬ ਦੇ, ਅਸੀਂ ਮਿਹਨਤ ਕਰਨੇ ਆ, ਮਜ਼ਦੂਰੀ ਕਰਨੇ ਆ, ਅਸੀਂ ਫਸਲ ਨੂੰ ਤਿਆਰ ਕਰਨੇ ਆ, ਤਿਆਰ ਕਰਕੇ ਤੇ ਅਸੀਂ ਮੰਡੀਆਂ 'ਚ ਲੈ ਕੇ ਜਾ ਕੇ ਧਰ ਦਿੰਦੇ ਆ ਜੀ ਇਹਦਾ ਲਾਓ ਕੋ ਰੇਟ। ਬਿਲਕੁਲ ਇਹਨਾਂ ਦੀ ਸਵਾਬਦੀ ਦੇ, ਇਹਨਾਂ ਦੀ ਸਵਾਬਦੀ ਦੇ, ਜਾਂ ਅੱਗੋਂ ਸਾਡੇ ਆੜਤੀਆਂ ਦੀ ਸਵਾਬਦੀ ਦੇ। ਅੱਜ ਜੋ ਵੀ ਹੈ ਪਿੱਛੇ ਕਿਸਾਨ ਨੇ ਜਾਣਾ। ਅਸਾਂ ਖਾਦ ਵੀ ਬਲੈਕ ਤੇ ਲੈਣੀ ਹੈ, ਤੇਲ ਵੀ ਮਹਿੰਗੇ ਰੇਟ ਤੇ ਲੈਣਾ ਹੈ, ਸਪਰੇਵਾਂ ਵੀ, ਅਸਾਂ ਡੀਜ਼ਲ ਵੀ, ਮਤਲਬ ਹਰ ਚੀਜ਼ ਤੇ ਅਸਾਂ ਮੁਆਵਜ਼ਾ ਦੇਣਾ, ਟੈਕਸ ਦੇਣਾ ਤੇ ਉਸ ਤੋਂ ਬਾਅਦ ਆਪਣੀ ਜਾ ਕੇ ਫਸਲ ਤਿਆਰ ਕਰਕੇ ਰੱਖ ਦੇਣੀ ਹੈ ਕਿ ਹਾਂਜੀ ਕੀ ਦਿੰਦੇ ਹੋ ਸਾਨੂੰ। ਬੜੀ ਵੱਡੀ ਜ਼ਿਆਦਤੀ, ਬਹੁਤ ਜ਼ਿਆਦਾ ਜੀ। ਇਹ ਇਹਦੇ ਵਾਸਤੇ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਕਿ ਇਹ ਕਿਸਾਨ ਨੂੰ ਰਿਲੀਫ ਦੇਣ। ਉਹਦੇ ਵਾਸਤੇ ਇਹਨਾਂ ਨੂੰ ਕਮੇਟੀ ਜਾਂ ਕੋਈ ਐਸਾ ਅਦਾਰਾ ਬਣਾਉਣਾ ਚਾਹੀਦਾ ਕਿ ਜਿਹੜਾ ਕਿਸਾਨਾਂ ਦੀ ਗੱਲ ਸੁਣੇ ਤੇ ਦੱਸੋ ਬਈ ਤੁਹਾਨੂੰ ਕੀ ਪ੍ਰੋਬਲਮ ਕੀ ਹੈ। ਜੇ ਕਿਸੇ ਗੱਲ ਹੀ ਨਹੀਂ ਸੁਣਨੀ ਤੇ ਫਿਰ ਉਹਦਾ ਕੀ ਫਾਇਦਾ ਉਹਦਾ? ਨਹੀਂ ਵੇਖੋ, ਸਾਡਾ ਕੰਮ ਹੈ ਔਨ ਦੀ ਰਿਕਾਰਡ ਆਵਾਜ਼ ਉਠਾਉਣਾ ਸਾਡਾ ਕੰਮ ਹੈ। ਉਹ ਸੀ ਜਿਹੜਾ ਨਾ ਉਹ ਤੇ ਇਹਨਾਂ ਨੂੰ ਵਾਰਾ ਖਾਂਦਾ ਨਾ, ਉਹ ਤੇ ਮਤਲਬ ਉਹ ਅਖਤਿਆਰ ਹੈ, ਡਾਢੇ ਨੇ, ਤਾਕਤ ਹੈ ਉਹਨਾਂ 'ਚ। ਬਿਲਕੁਲ ਬਣਾਉਣੀ ਚਾਹੀਦੀ ਇਹਨਾਂ ਨੂੰ। ਉਹ ਹੋ ਸਕਦਾ ਹੈ ਕਿਸੇ ਇਸ ਗੱਲ ਤੇ ਵੀ ਆਉਣ ਕਿ ਜ਼ਿਮੀਂਦਾਰ ਜਿਹੜਾ ਬੰਦਾ ਹੈ ਨਾ ਜੀ, ਇਹ ਫਸਲ ਤਿਆਰ ਕਰਕੇ ਸਾਨੂੰ ਦੇਵੇ। ਸਮਝ ਆਈ? ਜਿਹੜੇ ਬੰਦੇ ਕੋਲ ਜਿੰਨੀ ਏਕੜ ਜ਼ਮੀਨ ਹੈ ਉਹਨਾਂ ਨਾਲ ਸਾਨੂੰ ਟੈਕਸ ਵੀ ਦੇਵੇ, ਫਸਲ ਦਾ ਰੇਟ ਵਗੈਰਾ ਹੋ ਸਕਦਾ ਉਹ ਦੇਣ ਸਾਨੂੰ ਫਸਲ ਵੇਚਣ ਵਾਸਤੇ ਵੀ, ਜਿਸ ਤਰ੍ਹਾਂ ਅਸੀਂ ਆੜਤੀਆਂ ਨੂੰ ਦਿੰਦੇ ਆ ਕਮਿਸ਼ਨ। ਅਫਸੋਸ ਹੈ ਸਾਡੇ ਸਿਸਟਮ ਤੇ, ਸਾਡੇ ਨਿਜ਼ਾਮ ਤੇ, ਸਾਡੇ ਮੁਤਲਕਾ ਜਿਹੜੇ ਅਦਾਰੇ ਨੇ ਕਿ ਕਦੀ ਕਿਸੇ ਬੰਦੇ ਨੇ ਜ਼ਿਮੀਂਦਾਰ ਦਾ ਖਿਆਲ ਵੀ ਕੀਤਾ ਹੈ ਕਿ ਇੱਕ ਬੰਦਾ 6 ਮਹੀਨੇ ਖੱਜਲ ਖਰਾਬ ਹੋ ਕੇ ਜ਼ਿਮੀਂਦਾਰੇ ਤੋਂ, ਜ਼ਿਮੀਂਦਾਰਾਂ ਨੇ ਬੱਚਿਆਂ ਦੀਆਂ ਸ਼ਾਦੀਆਂ, ਬੱਚਿਆਂ ਦੀਆਂ ਸ਼ਾਦੀਆਂ, ਜ਼ਿਮੀਂਦਾਰੇ ਤੋਂ ਮਕਾਨ ਬਣਾਉਣੇ ਨੇ, ਜ਼ਿਮੀਂਦਾਰੇ ਤੋਂ ਅਸਾਂ ਆਪਣੀ ਦਵਾਈ ਦਾਰੂ, ਹਰ ਚੀਜ਼ ਜੀ, ਆਪਣੇ ਬੱਚਿਆਂ ਨੂੰ ਪੜ੍ਹਾਉਣਾ ਜ਼ਿਮੀਂਦਾਰੇ ਤੋਂ, ਬਿੱਲ ਦੇਣੇ ਨੇ, ਘਰ ਦੇ ਅਖਰਾਜਾਤ, ਸਾਰੇ ਅਖਰਾਜਾਤ ਉਹਦੇ ਤੇ ਮੈਨੇਜ ਕਰਨਾ, ਸਭ ਕੁਝ ਇਹਦੇ ਤੇ ਮੈਨੇਜ ਕਰਨਾ। ਤੇ ਜੇ ਸਾਨੂੰ ਬਚੇ ਹੀ ਕੁਝ ਨਾ ਤੇ ਫਿਰ ਕੀ ਕਰ? ਮੇਰੇ ਇਲਾਕੇ ਦੇ ਵਿੱਚ ਜੀ ਹਰ ਦੂਸਰਾ ਬੰਦਾ, ਮਤਲਬ ਹਰ ਗੱਲ ਹਰ ਬੰਦੇ ਵਾਸਤੇ ਨਹੀਂ ਹੁੰਦੀ, ਲੇਕਿਨ ਅਕਸਰੀਅਤ ਨਾਲ ਜੱਟ ਜਿਹੜਾ 1-2 ਸਾਲ ਬਾਅਦ ਆਪਣੀ ਜ਼ਮੀਨ ਸੇਲ ਆਊਟ ਕਰਦਾ ਪਿਆ, ਕੋਈ ਵਿਗਾ ਕਰਦਾ ਪਿਆ, ਕੋਈ ਕਿੱਲਾ ਕਰਦਾ ਪਿਆ, ਆੜਤੀਆਂ ਦੇ ਪੈਸੇ ਕਲੀਅਰ ਕਰਦਾ, ਸ਼ਾਦੀ ਕਰਨੀ ਹੈ, ਕਿਉਂਕਿ ਉਹਦੀ ਅਖਰਾਜਾਤ ਹੀ ਨਹੀਂ ਮੈਨੇਜ ਹੋ ਰਹੇ। ਬਿਲਕੁਲ ਉਹਦੀ ਉਹ ਫਸਲ ਦਾ ਉਹਨੂੰ ਮੁਆਵਜ਼ਾ ਨਹੀਂ ਮਿਲਦਾ ਪਿਆ। ਨਹੀਂ ਮਿਲਦਾ। ਤੇ ਜਦੋਂ ਜ਼ਿਮੀਂਦਾਰ ਤਬਕਾ ਕਮਜ਼ੋਰ ਹੋ ਜਾਣਾ, ਸਾਡੇ ਪਾਕਿਸਤਾਨ ਦੀ ਮੋਇਸ਼ ਜਿਹੜੀ ਹੈ ਉਹ ਆਂਦੇ ਨੇ ਕਿ 70-75% ਜਿਹੜਾ ਨਾ ਉਹ ਜ਼ਰਾਅਤ ਤੇ, ਬਿਲਕੁਲ ਜ਼ਿਮੀਂਦਾਰ ਤਬਕੇ ਦੇ। ਇਹਨੂੰ ਚਾਹੀਦਾ ਕਿ ਬਾਰਡਰ ਖੋਲਣੇ ਚਾਹੀਦੇ ਨੇ ਇਹਨਾਂ ਨੂੰ, ਸਾਰਾ ਕੁਝ, ਤਾਂ ਕਿ ਕਿਸਾਨ ਨੂੰ ਕਿਸੇ ਤਰੀਕੇ ਨਾਲ ਲੀਵ ਮਿਲੇ। ਜਾਂ ਆਪਣਾ ਮੈਂ ਮੁਤਲਕਾ ਅਦਾਰਿਆਂ ਨੂੰ ਮੁਖਾਤਬ ਕਰਨਾ ਚਾਹੁੰਦਾ ਕਿ ਸਾਡਾ ਕਸੂਰ ਇਹ ਵੇ ਕਿ ਅੱਲਾਹ ਦੀ ਜ਼ਾਤ ਨੇ ਸਾਨੂੰ ਜ਼ਿਮੀਂਦਾਰ ਪੈਦਾ ਕੀਤਾ, ਅੱਲਾਹ ਦੀ ਜ਼ਾਤ ਨੇ ਸਾਨੂੰ ਵੱਡਿਆਂ ਬਣਾਇਆ, ਤੇ ਤੁਸੀਂ ਸਾਡੇ ਕੋਲ ਬਦਲਾ ਲੈ ਰਹੇ ਹੋ। ਜੀ ਬਦਲਾ ਲੈਣੀ ਹੈ ਨਾ ਜੀ, ਬਦਲਾ ਹੀ ਲੈਂਦੇ ਨੇ, ਹੋਰ ਕੀ ਕਰਦੇ ਨੇ? ਹਾਂ ਸਾਹਿਬ, ਬਦਲਾ ਲੈਣ ਵਾਲੀ ਗੱਲ ਹੈ ਨਾ ਕਿ ਅੱਲਾਹ ਦੀ ਜ਼ਾਤ ਨੇ ਸਾਨੂੰ ਜ਼ਿਮੀਂਦਾਰਾਂ ਦਿੱਤਾ ਹੈ, ਜ਼ਮੀਨਾਂ ਦਿੱਤੀਆਂ ਨੇ, ਜ਼ਮੀਨਾਂ ਦੇ ਕੇ ਸਾਨੂੰ ਮਾਲਕ ਬਣਾਇਆ, ਵਕਤੀ ਵੱਡਾ ਬਣਾਇਆ, ਇਹ ਸਾਨੂੰ ਬਰੀਕ ਕਰਦੇ ਨੇ।
ਜੀ ਕੋਈ ਵੀ ਹੈ, ਕਿਸਾਨ ਦੇ ਬਾਰੇ ਕਿਸੇ ਨਹੀਂ ਸੋਚਿਆ ਕਿ ਜੇ ਇਹਨਾਂ ਦਾ ਮੁਨਸਫੀ ਹੈ ਨਾ, ਮੁਨਸਫੀ ਜਿਹੜੀ ਹੈ, ਜੇ ਮੁਨਸਫ ਬਣਨਾ, ਰਿਲੀਫ ਦੇਣਾ, 20 ਰੁਪਈਆਂ ਦੀ ਰੋਟੀ ਦੇਣੀ ਹੈ ਕਿ ਤੁਹਾਂ 10 ਦੀ ਦੇਣੀ ਹੈ ਕਿ ਤੁਸੀਂ 5 ਦੀ ਦੇਣੀ ਹੈ, ਤੇ ਉਹ ਰਿਆਸਤ ਦਾ ਕੰਮ ਹੈ ਦੇਣਾ, ਉਹ ਰਿਆਸਤ ਦਾ ਕੰਮ ਹੈ, ਉਹ ਜ਼ਿਮੀਂਦਾਰ ਦਾ ਕੰਮ ਨਹੀਂ। ਜ਼ਿਮੀਂਦਾਰ ਦਾ ਨਹੀਂ ਹੈ। ਲੇਕਿਨ ਜਿਹੜੀ ਵੀ ਨਵੀਂ ਹਕੂਮਤ ਆਈ ਹੈ, ਜਿਹੜਾ ਵੀ ਡਿਪਾਰਟਮੈਂਟ ਆਇਆ ਮੁਤਲਕਾ, ਉਹਨਾਂ ਦਾ ਸਭ ਤੋਂ ਪਹਿਲਾਂ ਇਹਨਾਂ ਨੂੰ ਬਰੀਕ ਟਰੈਕਟਰ ਮਹਿੰਗੇ, ਆਮ ਬੰਦਾ ਟਰੈਕਟਰ ਲੈ ਸਕਦਾ ਹੁਣ? ਨਾ ਜੀ, ਦੇਖੋ ਨਾ ਜੀ, ਪਹਿਲੇ ਨੰਬਰ ਤੇ ਹੁਣ ਕੋਈ ਵੀ ਕਾਸ਼ ਕਰੇ ਪਹਿਲੇ ਨੰਬਰ ਤੇ ਟਰੈਕਟਰ ਚਾਹੀਦਾ। ਜ਼ਾਹਿਰ ਗੱਲ ਹੈ ਜੀ, ਬੁਆਈ ਬਿਜਾਈ ਸਾਰਾ ਕੁਝ ਖਰਚੇ ਕਰਕੇ, ਇੰਨੀ ਮਿਹਨਤ ਕਰਕੇ ਦਿਨ ਭਰ ਰਾਤ ਉਹਨੂੰ ਸਾਰਾ ਮੈਨੇਜ ਕਰਨਾ, ਫਿਰ ਉਸ ਤੋਂ ਬਾਅਦ ਜਾ ਕੇ ਉਹਦਾ ਫਲ ਮਿਲੇ। ਤੇ ਜੋ ਫਲ ਮਿਲਣ ਦਾ ਟਾਈਮ ਆਉਂਦਾ ਤਾਂ ਉਤੋਂ ਆ ਜਾਂਦੇ ਨੇ, ਹਾਂਜੀ ਆਪ ਦੱਸੋ ਜੀ ਹੁਣ ਆ ਰੇਟ ਹੈ। ਫਿਰ ਮਜ਼ੇ ਦੀ ਗੱਲ ਇਹ ਵੇ, ਜਿਹੜੀ ਮੈਂ ਸਮਝਣਾ, ਮੈਨੂੰ ਇਸ ਗੱਲ ਦੀ ਜ਼ਾਤੀ ਤੌਰ ਤੇ ਬੜੀ ਤਕਲੀਫ ਹੈ। ਤੁਸੀਂ ਪਤਾ ਨਹੀਂ ਮਹਿਸੂਸ ਕੀਤਾ ਕਿ ਨਹੀਂ ਕਿ ਸਾਡੇ ਪਾਕਿਸਤਾਨ ਦੀ ਜਿੰਨੀ ਨਿਊ ਜਨਰੇਸ਼ਨ ਹੈ, ਸਾਰੀ ਪ੍ਰਦੇਸ਼ ਦੇ ਵਿੱਚ ਖੱਜਲ ਵੀ ਹੁੰਦੀ। ਬਿਲਕੁਲ। ਉਹਦੀ ਵਜ੍ਹਾ ਕੀ ਹੈ? ਉਹਦੇ ਚ ਅਕਸਰੀਅਤ ਨਾਲ ਜ਼ਿੰਮੇਦਾਰ ਨੇ, ਉਹਦੇ ਵਿੱਚ ਅਕਸਰੀਅਤ ਨਾਲ ਜ਼ਿੰਮੇਦਾਰ ਲੋਕ ਨੇ। ਬਿਲਕੁਲ ਖਰਾ, ਜਹਾਜ਼ ਜਦੋਂ ਪੂਰੇ ਨਹੀਂ ਹੋਣੇ ਤਾਂ ਕੀ ਕਰਨਗੇ ਫਿਰ? ਉਹਦੀ ਵਜ੍ਹਾ ਇਹ ਵੇ ਕਿ ਉਹ ਸਮਝਦੇ ਨੇ ਕਿ ਯਾਰ ਇੱਥੇ ਤੇ ਕੋਈ ਸਾਡੀ ਸੁਣਵਾਈ ਨਹੀਂ ਹੈ, ਲਿਹਾਜ਼ਾ ਆਪਣੇ ਬਾਲ ਬੱਚੇ ਦਾ, ਆਪਣੇ ਭੈਣ ਭਾਈਆਂ ਦਾ ਢਿੱਡ ਪਾਲਣ ਵਾਸਤੇ ਲੱਖਾਂ ਕਿਲੋਮੀਟਰ ਦੂਰ ਜਾ ਕੇ। ਉਹ ਵੀ ਦੇਖੋ ਜੀ, ਆ ਕੇ ਗਵਰਨਮੈਂਟ ਦੇ ਸਾਥ ਦੇ ਰਹੇ ਨਾ, ਅਗਰ ਉਹ ਜ਼ਰਮ ਬਾਦਲਾ ਭੇਜਦੇ ਨੇ ਸਾਡੇ ਮੁਲਕ ਵਿੱਚ, ਹਾਂਜੀ ਉੱਥੇ ਵੀ ਖਿਦਮਤ ਕਰਦਾ ਨਾ, ਮੁਲਕ ਦੀ ਖਿਦਮਤ ਕਰ ਰਹੇ ਨੇ, ਮੁਲਕ ਦੀ ਖਿਦਮਤ ਕਰ ਰਹੇ, ਉਹਨਾਂ ਨੂੰ ਕੀ ਮਿਲਦਾ? ਲੇਕਿਨ ਕਿੱਡੇ ਅਫਸੋਸ ਦੀ ਤੇ ਦੁੱਖ ਦੀ ਗੱਲ ਹੈ ਕਿ ਜਿਹੜੇ ਹਜ਼ਾਰਾਂ ਲੱਖਾਂ ਕਿਲੋਮੀਟਰ ਦੂਰ ਜਾ ਕੇ ਆਪਣੀ ਸਿਰਫ ਰੋਜ਼ੀ ਰੋਟੀ ਵਾਸਤੇ, ਅਗਰ ਇੱਥੇ ਪੂਰੀ ਹੋ ਜਾਂਦੇ ਨੇ, ਘਰ ਰੱਜ ਕੇ ਲੱਭਦੀ ਹੋਏ, ਤੇ ਕਿਹੜਾ ਬੰਦਾ ਜਾਂਦਾ? ਕੋਈ ਵੀ ਨਹੀਂ ਜਾਂਦਾ ਜੀ, ਕੋਈ ਵੀ ਨਹੀਂ ਜਾਂਦਾ। ਕੋਈ ਛੱਡਣ ਆਪਣੇ ਬੱਚਿਆਂ ਤੋਂ ਦੂਰ, ਆਪਣੇ ਭੈਣ ਭਾਈਆਂ ਤੋਂ ਦੂਰ, ਆਪਣੇ ਘਰ ਤੋਂ ਦੂਰ, ਖੁਸ਼ੀ ਗਮੀ ਹੋ ਜਾਣਾ, ਨਹੀਂ ਪਹੁੰਚ ਸਕਦੇ, ਨਹੀਂ ਪਹੁੰਚ ਸਕਦੇ। ਕੋਈ ਕਿਸੇ ਕਿਸਮ ਦੀ ਉਹਨਾਂ ਨੂੰ ਪਰੇਸ਼ਾਨੀ ਬਿਮਾਰੀ, ਉਹਨਾਂ ਆਪ ਹੀ ਮੈਨੇਜ ਕਰਨਾ ਹੈ, ਆਪ ਹੀ ਰੋ ਲੈਣਾ ਤੇ ਆਪ ਹੀ ਆਪਣੇ ਆਪ ਨੂੰ ਹਰਾ ਲੈਣਾ। ਕਿੰਨੇ ਸਾਲ ਹੋ ਗਏ ਨੇ ਜੀ, 8-8 10-10 ਸਾਲ ਹੋ ਗਏ ਨੇ ਜਿਹੜੇ ਬਾਹਰ ਬੈਠੇ, 20-20 30-30 ਸਾਲ ਹੋ ਗਏ ਨੇ। ਮੇਰੀ ਅਕਸਰੀਅਤ ਨਾਲ ਗੱਲ ਹੁੰਦੀ ਤੇ 20-20 30-30 ਸਾਲ ਹੋ ਗਏ ਜ਼ਿੰਦਗੀ ਦਾ ਇੱਕ ਹਿੱਸਾ ਗੁਜ਼ਾਰ ਦਿੱਤਾ। ਮਤਲਬ ਇੱਕ ਬੱਚਾ ਜੰਮ ਕੇ ਜਵਾਨ ਹੋ ਜਾਂਦਾ, ਬਲਕਿ ਜਵਾਨੀ ਵੀ 30 ਸਾਲ ਤੋਂ ਉੱਤੇ ਤੇ ਬੰਦਾ, ਅੱਜ ਕੱਲ ਜਿਵੇਂ ਦੇ ਹਾਲਾਤ ਚੱਲਦੇ ਨੇ ਬਸ ਇੰਨਾ ਹੀ ਹੈ। ਲੇਕਿਨ ਕਾਹਦੇ ਵਾਸਤੇ? ਆਪਣਾ ਢਿੱਡ ਦੀ ਦੌੜ ਲੱਗੀ, ਢਿੱਡ ਪਾਲਣ ਵਾਸਤੇ। ਸੋਚਣਾ ਚਾਹੀਦਾ, ਉਸ ਬਾਰੇ ਕਿਸੇ ਨੂੰ ਖਿਆਲ ਹੀ ਨਹੀਂ। ਇਹਨਾਂ ਨੂੰ ਗਵਰਨਮੈਂਟ ਕਿਸੇ ਬੰਦੇ ਨੂੰ ਕੋਈ ਟੈਨਸ਼ਨ ਹੈ? ਕਿਸੇ ਮੁਤਲਕਾ ਅਦਾਰੇ ਨੂੰ ਕੋਈ ਨਹੀਂ। ਬਾਕੀ ਜੋ ਫਸਲ ਤਿਆਰ ਹੋਣੀ ਉਦੋਂ ਹੀ ਇਹਨਾਂ ਨੇ ਆਉਣਾ, ਉਸ ਤੋਂ ਪਹਿਲਾਂ ਕਿਤੇ ਨਹੀਂ। ਉਦੋਂ ਆ ਕੇ ਤੇ ਰੇਟ ਰੂਟ ਇਹਨਾਂ ਕਰਨਾ, ਮਿਹਨਤ ਮਜ਼ਦੂਰੀ ਜ਼ਿਮੀਂਦਾਰ ਨੇ ਕਰਨੀ ਹੈ। ਅੱਜ ਕੱਲ ਵੱਟਾਂ ਦੇ ਉੱਤੇ ਰਾਤਾਂ ਨੂੰ ਦਿਨਾਂ ਨੂੰ ਸਾਪੇ ਨਾ ਵਢਾਣੇ ਨੇ, ਬਿਲਕੁਲ ਧੁੱਪਾਂ ਕੰਡ ਤੇ ਇਹਨਾਂ ਜਰਨੀਆਂ ਨੇ। ਉਹ ਕਿਸੇ ਮਰਾਸੀ ਆਖਿਆ ਸੀ ਨਾ, ਉਹਨੇ ਆਖਿਆ ਜ਼ਿਮੀਂਦਾਰ ਨਾ ਹੁੰਦੇ ਤੇ ਧੁੱਪ 15 ਚ ਵੜ ਆਉਣੀ ਸੀ। ਸਹੀ ਗੱਲ। ਉਹਨੇ ਆਖਿਆ ਇਹਨਾਂ ਦੀ ਮਿਹਰਬਾਨੀ ਹੈ ਜਿਹੜੇ ਸਾਰੀ ਦਿਹਾੜੀ ਕੰਡ ਤੇ ਝਾੜਦੇ ਨੇ। ਮੈਂ ਨਾ ਤੁਸੀਂ ਇਹ ਜਿਹੜੇ ਸੀਆਂ 'ਚ ਬੈਠੇ ਨੇ, ਉਹਨਾਂ ਨੂੰ ਤੇ ਇਹ ਪਤਾ ਕਿ ਇਹ ਕੰਮ ਹੋ ਰਿਹਾ, ਲੇਕਿਨ ਇਹ ਜੋ ਕਰਕੇ ਵੀ ਆ ਕੇ ਦੱਸਣ ਨਾ, ਕਿ ਵੇਖਣ ਨਾ ਆ ਕੇ ਕਿਸ ਤਰ੍ਹਾਂ ਕਰਦੇ ਨੇ। ਕਿ ਗਰਮੀ ਬਰਦਾਸ਼ਤ ਕਰਨੀ ਕੋਈ ਛੋਟੀ ਗੱਲ ਹੈ? ਗਰਮੀ ਬਰਦਾਸ਼ਤ ਕਰਨੀ, ਸਰਦੀ ਦੀ ਪਰਵਾਹ ਨਹੀਂ, ਗਰਮੀ ਦੀ ਪਰਵਾਹ ਨਹੀਂ, ਕਿਸੇ ਚੀਜ਼ ਦੀ ਨਹੀਂ। ਫੈਮਿਲੀ ਦਾ ਆਪਣਾ ਮਿਲਣ ਲਈ ਉਹਨਾਂ ਨੂੰ ਟਾਈਮ ਨਹੀਂ ਹੈ, ਬੱਚਿਆਂ ਨੂੰ ਟਾਈਮ ਦੇਣ, ਕਿਉਂਕਿ ਸਾਰਾ ਦਿਨ ਮਸਰੂਫੀਅਤ ਹੀ ਇੰਨੀ ਕੋਈ। ਉਹਦਾ ਲੁੱਬੇ ਲਬਾਬ ਕੀ ਹੈ, ਐਂਡ ਕੀ ਹੈ? ਇੱਕ ਮੋਚੀ ਸਾਰੀ ਦਿਹਾੜੀ ਪਠਾਨ ਜੁੱਤੀ ਪਾਲਿਸ਼ ਕਰਦਾ ਨਾ, ਉਹ ਵੀ ਰਾਤ ਨੂੰ 2-4 ਹਜ਼ਾਰ ਕਮਾ ਕੇ ਜਾਂਦਾ। ਬਿਲਕੁਲ। ਇੱਕ ਫਰੂਟ ਵਾਲੇ ਨੇ ਰੇਹੜੀ ਲਾਈ ਹੈ, ਸਾਡੇ ਨਾਲੋਂ ਜ਼ਿਮੀਂਦਾਰ ਨਾਲੋਂ ਫਰੂਟ ਵਾਲਾ ਚੰਗਾ ਰਾਤ ਨੂੰ 2-3 ਹਜ਼ਾਰ ਕੈਸ਼ ਲੈ ਕੇ ਜਾਂਦਾ। ਅਸੀਂ 2-4 ਹਜ਼ਾਰ ਰਾਤ ਨੂੰ ਮਨਫੀ ਜਾਂਦੇ ਆ, ਨੁਕਸਾਨ ਚ ਜਾਂਦੇ ਆ। ਜਿਹੜਾ ਸਾਰੀ ਦਿਹਾੜੀ ਅਖਰਾਜਾਤ ਕੀਤਾ, ਸਾਨੂੰ ਉਹ ਵੀ ਨਹੀਂ ਲੱਭਦਾ। ਬਿਲਕੁਲ ਜੀ, ਬਹੁਤ ਨਾ। ਤੇ ਸਾਡਾ ਤੇ ਜੀ ਤਰਲਾ ਹੀ, ਰਿਕੁਐਸਟ ਹੀ ਹੈ। ਬਾਕੀ ਵੀ ਜਿੰਨੇ ਵੀ ਜ਼ਿਮੀਂਦਾਰਾਂ ਦੇ ਪੁੱਤਰ ਨੇ, ਜਿਹੜੇ ਵੀ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਹਾਈਲਾਈਟ ਕਰਦੇ ਨੇ, ਆਵਾਜ਼ ਉਠਾਉਂਦੇ ਨੇ, ਜਿਹੜਾ ਨਾ ਸਭ ਤੋਂ ਜ਼ਿਆਦਾ ਮੈਂ ਦੇਖਿਆ ਵੀਡੀਓ, ਅੰਜਮ ਸਰੋਇਆ ਸਾਹਿਬ ਨੇ ਜਿਹੜੇ ਆਵਾਜ਼ ਉਠਾ ਰਹੇ ਨੇ। ਅੰਜਮ ਸਰੋਇਆ ਸਾਹਿਬ ਵੀ ਬੜੀ ਮਿਹਨਤ ਕਰਦੇ ਨੇ। ਵੇਖੋ ਉਹਨਾਂ ਨੂੰ ਵੀ ਤਕਲੀਫ ਹੈ ਨਾ, ਤਕਲੀਫ ਹੈ ਨਾ, ਉਹ ਗੱਲ ਪੂਰੀ ਸੁਣਾਉਂਦੇ ਨੇ। ਦੀ ਗੱਲ ਦੁਖੀਆ ਜਾਣੇ, ਜਾਣਦਾ ਤੇ ਉਹ ਵੀ ਨਾ ਜਿਹਨੂੰ ਦੁੱਖ ਹੈ, ਜਿਹਨੂੰ ਤਕਲੀਫ ਹੈ। ਤੇ ਸਰੋਇਆ ਸਾਹਿਬ ਵੀ ਕੋਸ਼ਿਸ਼ ਕਰਦੇ ਨੇ, ਅਸੀਂ ਵੀ ਆਪਣੀ ਡਿਊਟੀ ਦੇ ਰਹੇ ਹਾਂ ਜੀ, ਆਪਣਾ ਹਿੱਸਾ ਪਾਇਆ। ਅਸੀਂ ਵੀ ਤਰਲਾ ਹੀ ਮਾਰ ਸਕਨੇ ਆ, ਕਰਨੀ ਹੈ ਨਾ ਫਿਰ ਆਪਣੀ ਮਰਜ਼ੀ ਆ, ਕਰਨੀ ਤਾਂ ਆਪਣੀ ਮਰਜ਼ੀ। ਲੇਕਿਨ ਇਹ ਵੇ ਕਿ ਮਾਂ ਪਿਓ ਦਾ ਰੋਲ ਅਦਾ ਕਰੋ। ਅਗਰ ਰਿਆਸਤਾਂ ਦੇ ਨੇ, ਰਾਜ ਸਾਹਿਬ ਬੜੀ ਸੋਹਣੀ ਗੱਲ ਕੀਤੀ ਹੈ ਕਿ ਰਿਆਸਤ ਮਾਂ ਹੁੰਦੀ। ਅਗਰ ਰਿਆਸਤ ਮਾਂ ਹੈ ਤੇ ਮਾਂ ਤੇ ਸਾਰੇ ਬੱਚਿਆਂ ਨਾਲ ਬਰਾਬਰ ਪਿਆਰ ਕਰਦੀ। ਉਹ ਕਾਲੇ ਰੰਗ ਦਾ ਹੋਏ, ਗੋਰੇ ਰੰਗ ਦਾ ਹੋਏ, ਜਿਸ ਮਰਜ਼ੀ ਰੰਗ ਦਾ ਹੋਏ। ਬਿਲਕੁਲ ਜੀ। ਬਾਕੀ ਉਂਝ ਮਰਜ਼ੀ ਹੈ ਤੁਹਾਡੀ। ਇੱਥੇ ਨਾ ਹਿਸਾਬ ਹੋਇਆ ਤੇ ਯਾਦ ਰੱਖਿਆ ਜੇ ਉੱਤੇ ਜਾ ਕੇ ਹਿਸਾਬ ਅਸੀਂ ਜ਼ਰੂਰ ਕਰਾਂਗੇ, ਪੁੱਛਾਂਗੇ ਜ਼ਰੂਰ ਆਪਣੇ ਮਾਲਕ ਨੂੰ ਜੀ, ਜਿਹੜਾ ਹੱਕ ਸੱਚ ਦੇ ਫੈਸਲੇ ਜਿਹਨੇ ਕਰਨੇ। ਉੱਥੇ ਜਾ ਕੇ ਗੱਲ ਤੇ ਸਾਡੀ ਵੀ ਬਣਦੀ ਹੈ ਨਾ, ਕਿ ਸਾਡਾ ਕਸੂਰ ਕੀ ਹੈ,
ਸਾਨੂੰ ਹਮੇਸ਼ਾ ਜਿਹੜੀ ਨਵੀਂ ਹਕੂਮਤ ਆਈ ਉਹਨੇ ਦਬਾਇਆ ਜ਼ਿਮੀਂਦਾਰ ਤਬਕੇ ਨੂੰ। ਬਿਲਕੁਲ ਇਹ ਆਵਾਜ਼ ਜਿਹੜੀ ਹੈ ਨਾ ਸਾਰੇ ਭਾਈ ਜਿੰਨੇ ਵੀ ਨੇ ਜਿਹੜੇ ਜਿਹੜੇ ਪਲੇਟਫਾਰਮ ਤੇ ਬੈਠੇ ਨੇ ਉਹਨਾਂ ਆਵਾਜ਼ ਉਠਾਉਣੀ ਚਾਹੀਦੀ, ਕਰਨੀ ਚਾਹੀਦੀ, ਆਵਾਜ਼ ਉਠਾਉਣੀ ਚਾਹੀਦੀ। ਅੱਜ ਸਾਨੂੰ ਰਿਲੀਫ ਦੀ ਲੋੜ ਹੈ ਨਾ। ਜਦੋਂ ਕਣਕ ਪੱਕੀ ਸੀ ਉਦੋਂ ਇਹਨਾਂ ਡਿਊਟੀ ਦਿੱਤੀ, ਅਸਾਂ ਮੰਨੀ। ਅੱਜ ਸਾਨੂੰ ਜ਼ਿਮੀਂਦਾਰਾਂ ਨੂੰ ਖਾਦ ਦੀ ਜ਼ਰੂਰਤ ਹੈ, ਅੱਜ ਸਾਨੂੰ ਤੇਲ ਸਸਤੇ ਦੀ ਜ਼ਰੂਰਤ ਹੈ, ਅੱਜ ਸਾਨੂੰ ਦਵਾਈਆਂ ਦੀ ਜ਼ਰੂਰਤ ਹੈ, ਲਵਾਈ ਪਟਾਈ ਦੀ ਜ਼ਰੂਰਤ ਹੈ। ਸਾਨੂੰ ਵੀ ਤੇ ਕੋਈ ਰਿਲੀਫ ਮਿਲਣਾ ਚਾਹੀਦਾ। ਮਿਲਣਾ ਚਾਹੀਦਾ ਜੀ, ਕਿਉਂ ਨਹੀਂ ਮਿਲਣਾ। ਤੇ ਬਾਕੀ ਚਲੋ ਡਾਢੇ ਬੰਦੇ ਦਾ 7 ਵਾਲਾ 100 ਹੁੰਦਾ। ਡਾਢੇ ਬੰਦੇ ਦਾ 7 ਵਾਲਾ 100 ਹੁੰਦਾ। ਉਂਝ 20 5 100 ਹੁੰਦਾ, ਲੇਕਿਨ ਇਹਨਾਂ ਦਾ 7 ਵਾਲਾ 100। ਤਰਲਾ ਹੀ ਹੈ, ਜੇ ਮੰਨ ਲੈਣਗੇ ਤੇ ਠੀਕ ਹੈ, ਜੇ ਨਹੀਂ ਤੇ ਅੱਲਾ ਦੇ ਹੁਕਮ ਨਾਲ ਹਾਲਾਤ ਨਿਜ਼ਾਮ ਮਾਮਲਾ ਤੇ ਤੁਸੀਂ ਵਹਿੰਦੇ ਹੀ ਹੋ ਪੈ। ਬਾਕੀ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ ਇਨਸ਼ਾਅੱਲਾ।